ਸਾਰਿਆਂ ਨੂੰ ਹੈਲੋ। ਸਾਡੇ NPTEL ਆਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਤੁਹਾਡਾ ਸਵਾਗਤ ਹੈ। ਮੈਂ IIT ਖੜਗਪੁਰ ਤੋਂ ਰਾਜਾ ਰਾਮ ਲੱਕਾਰਾਜੂ ਹਾਂ। ਅਸੀਂ ਕੋਨਿਕ ਸੈਕਸ਼ਨਾਂ ਤੇ ਮੋਡਿਊਲ ਨੰਬਰ 2 ਨੂੰ ਕਵਰ ਕਰ ਰਹੇ ਹਾਂ। ਅਸੀਂ ਲੈਕਚਰ ਨੰਬਰ 9 ਤੇ ਹਾਂ। ਮੋਡਿਊਲ ਦੇ 2 ਕੋਨਿਕ ਸੈਕਸ਼ਨਾਂ ਵਿੱਚ ਅਸੀਂ ਜਿਓਮੈਟ੍ਰਿਕ ਉਸਾਰੀ ਦੇ ਕੁਝ ਸਿਧਾਂਤਾਂ ਨੂੰ ਪਹਿਲਾਂ ਹੀ ਕਵਰ ਕਰ ਚੁੱਕੇ ਹਾਂ। ਉਦਾਹਰਨ ਲਈ, ਇੱਕ ਲਾਈਨ ਨੂੰ ਕਿਵੇਂ ਦੁਭਾਜਿਤ ਕਰੀਏ, ਚਾਪ ਨੂੰ ਕਿਵੇਂ ਦੁਭਾਜਿਤ ਕਰੀਏ, ਲੰਬਵਤ ਲਾਈਨਾਂ ਨੂੰ ਕਿਵੇਂ ਡਰਾ ਕਰੀਏ, ਲਾਈਨ ਨੂੰ ਕਿਵੇਂ ਵੰਡੀਏ, ਕੋਣ ਨੂੰ ਕਿਵੇਂ ਦੁਭਾਜਿਤ ਕਰੀਏ, ਸਮਦੁਭਾਜਿਤ ਕਿਵੇਂ ਕਰੀਏ, ਸਰਕਲਾਂ ਨੂੰ ਕਿਵੇਂ ਵੰਡੀਏ, ਅਤੇ 3 ਬਿੰਦੂਆਂ ਰਾਹੀਂ ਸਰਕਲ ਕਿਵੇਂ ਕਰੀਏ। ਅੱਜ ਦੇ ਲੈਕਚਰ 9 ਵਿੱਚ ਅਸੀਂ ਕਵਰ ਕਰਨ ਜਾ ਰਹੇ ਹਾਂ ਕਿ ਇੱਕ ਸਰਕਲ ਵਿੱਚ ਆਰਮ ਅਤੇ ਟੈਂਜੈਂਟ ਨੂੰ ਕਿਵੇਂ ਡਰਾ ਕਰਨਾ ਹੈ। ਇੱਕ ਬਾਹਰੀ ਬਿੰਦੂ ਤੋਂ ਇੱਕ ਸਰਕਲ ਵੱਲ ਟੈਂਜੈਂਟ ਕਿਵੇਂ ਡਰਾ ਕਰਨਾ ਹੈ ਦਾ ਦੂਜਾ ਹਿੱਸਾ। ਅੰਤ ਅਸੀਂ ਇਹ ਕਵਰ ਕਰਾਂਗੇ ਕਿ ਇੱਕ ਦਿੱਤੀ ਭੁਜਾ ਦੇ ਇੱਕ ਨਿਯਮਿਤ ਬਹੁਭੁਜ ਨੂੰ ਕਿਵੇਂ ਬਣਾਇਆ ਜਾਵੇ। ਪਹਿਲਾ ਸਵਾਲ ਜੋ ਅਸੀਂ ਪੁੱਛਾਂਗੇ ਉਹ ਇਹ ਹੈ ਕਿ ਜੇ ਕੋਈ ਸਰਕਲ ਹੈ ਤਾਂ ਕਿਸੇ ਦਿੱਤੇ ਬਿੰਦੂ ਤੋਂ ਉਸ ਸਰਕਲ ਤੇ ਨੋਰਮਲ ਅਤੇ ਟੈਂਜੈਂਟ ਕਿਵੇਂ ਡਰਾ ਕਰਨਾ ਹੈ। ਕੁਝ ਸਥਿਤੀਆਂ ਵਿੱਚ ਸਾਡੇ ਕੋਲ ਸਿਰਫ 3 ਬਿੰਦੂ ਹੋ ਸਕਦੇ ਹਨ। ਇਸ ਲਈ 3 ਬਿੰਦੂਆਂ ਦੀ ਵਰਤੋਂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਇੱਕ ਸਰਕਲ ਬਣਾਉਣਾ ਹੈ। ਫਿਰ ਅਸੀਂ ਕੇਂਦਰ ਦੀ ਪਛਾਣ ਕਰਨ ਦੀ ਸਥਿਤੀ ਵਿੱਚ ਹੋਵਾਂਗੇ। ਅਤੇ ਫਿਰ ਰੇਡੀਅਸ। ਇੱਕ ਵਾਰ ਰੇਡੀਅਸ ਹੋ ਜਾਂਦਾ ਹੈ, ਅਸੀਂ ਬਿੰਦੂ ਨੋਰਮਲ ਦਿਸ਼ਾ ਵੈਕਟਰ ਨੂੰ ਚੁਣਾਂਗੇ ਜੋ ਅਸੀਂ ਲਿਖਾਂਗੇ, ਅਤੇ ਟੈਂਜੈਂਟ ਦਿਸ਼ਾ ਵੀ ਜੋ ਅਸੀਂ ਕਰਨ ਦੀ ਸਥਿਤੀ ਵਿੱਚ ਹੋਵਾਂਗੇ। ਆਓ ਇਹ ਕਦਮ ਦਰ ਕਦਮ ਕਰੀਏ। ਆਓ ਇੱਥੇ ਵਿਚਾਰ ਕਰੀਏ। 3 ਬਿੰਦੂ A P B ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਸਾਨੂੰ A B P ਬਿੰਦੂਆਂ ਵਿੱਚੋਂ ਲੰਘਣ ਵਾਲੇ ਇੱਕ ਸਰਕਲ ਦੀ ਅਤੇ ਫਿਰ ਸਰਕਲ ਦੇ ਕੇਂਦਰ ਦੀ ਪਛਾਣ ਕਰਨੀ ਪਵੇਗੀ। ਆਓ ਪਹਿਲੇ ਬਿੰਦੂ ਨੂੰ ਪੰਨੇ ਤੇ ਕਰੀਏ ਤਾਂ ਆਓ ਅਸੀਂ 3 ਬਿੰਦੂ A ਸ਼ਾਇਦ P ਅਤੇ ਬਿੰਦੂ B ਦੀ ਪਛਾਣ ਕਰੀਏ। ਆਓ ਉਹਨਾਂ ਨੂੰ A P B ਨਾਮ ਦੇਈਏ। ਇਹ 3 ਬਿੰਦੂ ਦਿੱਤੇ ਗਏ ਹਨ। ਜੋ ਸਾਨੂੰ ਕਰਨਾ ਹੈ, ਸਭ ਤੋਂ ਪਹਿਲਾਂ ਇਸ A P ਅਤੇ P B ਦੁਆਰਾ ਇੱਕ ਸਰਕਲ ਬਣਾਉਣਾ ਹੈ। ਹੁਣ ਸੈਂਟਰ A ਅਤੇ ਕੇਂਦਰ P ਨਾਲ ਵੀ ਸ਼ੁਰੂ ਹੋਣ ਵਾਲੇ P ਲਈ ਲੰਬਕਾਰੀ ਦੁਭਾਜਕ ਬਣਾਉਂਦੇ ਹਾਂ। ਇਸੇ ਤਰ੍ਹਾਂ P B ਤੋਂ ਅਗਲਾ ਲੰਬਕਾਰੀ ਦੁਭਾਜਕ ਬਣਾਓ। ਇਸ ਲਈ ਇਹਨਾਂ ਕੱਟਣ ਵਾਲੇ ਬਿੰਦੂਆਂ ਦੀ ਪਛਾਣ ਕਰੋ। A P B ਲਈ ਲੰਬਕਾਰੀ ਦੁਭਾਜਕ ਲਾਈਨਾਂ ਹਨ। ਇਸ ਲਈ ਕੱਟਣ ਵਾਲਾ ਬਿੰਦੂ ਉਹ ਹੈ ਜਿਸ ਰਾਹੀਂ ਅਸੀਂ ਇੱਕ ਸਰਕਲ ਬਣਾਉਣਾ ਹੈ। ਇਸ ਲਈ ਇਹ ਉਹ ਸਰਕਲ ਹੈ ਜੋ ਸਾਨੂੰ A B P ਬਿੰਦੂਆਂ ਵਿੱਚੋਂ ਲੰਘਣ ਤੇ ਇੱਕ ਸਰਕਲ ਮਿਲਦਾ ਹੈ। ਹੁਣ ਅਸੀਂ O P ਅਤੇ R ਕਿਸਮ ਦੇ ਬਿੰਦੂ ਲਈ ਇੱਕ ਲੰਬਕਾਰੀ ਦੁਭਾਜਕ ਬਣਾਉਣਾ ਪਸੰਦ ਕਰਦੇ ਹਾਂ। ਅਤੇ ਇਹੀ ਹੈ ਜਿਸ ਨੂੰ ਅਸੀਂ ਸਧਾਰਨ ਕਹਿ ਰਹੇ ਹਾਂ। ਇਹ ਬਿੰਦੂ
P ਟੈਂਜੈਂਟ ਵਿੱਚੋਂ ਲੰਘਣ ਵਾਲੇ ਸਰਕਲ ਵਿੱਚੋਂ ਲੰਘਣ ਵਾਲੀ ਸਧਾਰਨ ਦਿਸ਼ਾ ਹੈ ਹਮੇਸ਼ਾ ਇਸ ਸਧਾਰਨ ਰਾਹੀਂ ਲੰਬਕਾਰੀ ਹੁੰਦੀ ਹੈ। ਇਸ ਲਈ ਇਸ ਉਦੇਸ਼ ਲਈ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਕਿਸੇ ਵੀ ਲੰਬਾਈ ਨੂੰ ਚੁਣਨਾ। ਸ਼ਾਇਦ ਇਹ ਬਿੰਦੂ Q ਹੈ ਜੋ ਅਸੀਂ ਪਛਾਣ ਕਰਨ ਜਾ ਰਹੇ ਹਾਂ। ਅਤੇ ਦੁਬਾਰਾ ਇੱਕ ਹੋਰ ਬਿੰਦੂ ਅਸੀਂ ਇਹਨਾਂ ਦੋ ਬਿੰਦੂਆਂ ਦੀ ਪਛਾਣ ਕਰਨ ਜਾ ਰਹੇ ਹਾਂ। ਆਓ ਇਹਨਾਂ ਬਿੰਦੂਆਂ ਨੂੰ Q ਕਹੀਏ। ਇਹ R ਹੈ, ਆਓ ਅਸੀਂ R ਅਤੇ ਇਸ ਬਿੰਦੂ ਨੂੰ Q ਕਹੀਏ। ਇਸ ਲਈ RPQ ਜੋ ਵੀ ਲੰਬਕਾਰੀ ਦੁਭਾਜਕ ਹੋਵੇ ਉਸ ਨੂੰ ਅਸੀਂ ਉਸ ਸਰਕਲ ਲਈ ਟੈਂਜੈਂਟ ਕਹਾਂਗੇ। ਦੁਬਾਰਾ ਉਸੇ ਤਰ੍ਹਾਂ ਸਾਨੂੰ ਰੇਡੀਅਸ ਦੇ ਨਾਲ ਇਸ ਦੇ ਅੱਧੇ ਤੋਂ ਵੱਧ ਕੇਂਦਰ R ਦੇ ਨਾਲ ਸਮਾਨ ਘੇਰੇ ਨਾਲ ਇਹਨਾਂ ਬਿੰਦੂਆਂ ਨੂੰ ਜੋੜਨਾ ਹੈ। ਜੋ P ਤੋਂ ਲੰਘਣਗੇ। ਇਸ ਲਈ ਆਓ ਹੁਣ ਟੈਂਜੈਂਟ ਲਾਈਨ ਅਤੇ ਸਧਾਰਨ ਲਾਈਨ ਦੀ ਪਛਾਣ ਕਰੀਏ। ਇਹਨਾਂ ਦਿਸ਼ਾਵਾਂ ਵਿੱਚ ਟੈਂਜੈਂਟ ਅਤੇ ਨੋਰਮਲ ਬਣਾਉਣ ਦੇ ਕਈ ਤਰੀਕੇ ਹਨ। ਜੇ ਸਾਡੇ ਕੋਲ ਇੱਕ ਸੈਟ ਵਰਗ ਮਿਨੀ ਡਰਾਫਟਰ ਹਨ ਤਾਂ ਤੁਸੀਂ ਹਮੇਸ਼ਾ ਉਸ ਨਾਲ ਇਕਸਾਰ ਕਰ ਸਕਦੇ ਹੋ। P ਬਿੰਦੂ ਵਿੱਚੋਂ ਲੰਘਣ ਨਾਲ ਤੁਹਾਨੂੰ ਇੱਕ ਟੈਂਜੈਂਟ ਦਿੰਦਾ ਹੈ ਅਤੇ ਇਹ ਉਸ ਸਰਕਲ ਰਾਹੀਂ ਨੋਰਮਲ ਹੁੰਦਾ ਹੈ। ਇਸ ਤਰ੍ਹਾਂ ਅਸੀਂ ਇਸ ਨੂੰ ਬਣਾਉਂਦੇ ਹਾਂ। ਆਓ ਪ੍ਰਕਿਰਿਆ ਨੂੰ ਵੇਖੀਏ। ਸਭ ਤੋਂ ਪਹਿਲਾਂ ਸਾਨੂੰ A B P ਬਿੰਦੂਆਂ ਵਿੱਚੋਂ ਲੰਘਦਾ ਇੱਕ ਸਰਕਲ ਬਣਾਉਣਾ ਹੈ। ਘੇਰਾ ਇਹ ਹੋ ਜਾਂਦਾ ਹੈ। ਸਾਨੂੰ O ਤੋਂ P ਤੱਕ ਇੱਕ ਲਾਈਨ ਬਣਾਉਣੀ ਪਵੇਗੀ ਅਤੇ ਤਦ ਉਸ OP ਰੇਖਾ ਨੂੰ ਹਰ ਤਰ੍ਹਾਂ R ਤੱਕ ਵਧਾਉਣਾ ਹੋਵੇਗਾ। ਉਹ ਲਾਈਨ O PR ਜੋ ਵੀ ਲਾਈਨ O ਤੋਂ R ਤੱਕ ਵਧਾਈ ਗਈ ਹੈ ਅਸੀਂ ਉਸ ਸਰਕਲ ਲਈ ਅਤੇ ਨਿਰਮਾਣ ਲਈ ਨੋਰਮਲ ਕਹਿੰਦੇ ਹਾਂ। P ਵਿੱਚੋਂ ਗੁਜ਼ਰ ਰਹੇ ਸਰਕਲ ਦਾ ਇੱਕ ਟੈਂਜੈਂਟ ਜੋ ਅਸੀਂ ਕਰਦੇ ਹਾਂ ਉਹ ਉਸ ਦੇ ਆਲੇ ਦੁਆਲੇ P ਬਿੰਦੂ ਇੱਕ ਬਰਾਬਰ ਦੂਰੀ R ਅਤੇ Q ਦੀ ਪਛਾਣ ਕਰਨਾ। ਪਹਿਲਾਂ ਅਸੀਂ ਪਛਾਣ ਕਰਾਂਗੇ Q ਅਤੇ R ਦੀ ਵਰਤੋਂ ਕੇਂਦਰਾਂ ਵਜੋਂ ਕਰਦੇ ਹੋਏ P ਵਿੱਚੋਂ ਲੰਘਦੇ ਹੋਏ ਇੱਕ ਹੋਰ ਲੰਬਕਾਰੀ ਦੁਭਾਜਕ ਬਣਾਉਂਦੇ ਹਨ ਤਾਂ ਕਿ ਅਸੀਂ ਇਸ ਬਿੰਦੂ ਦੀ ਪਛਾਣ ਕਰਨ ਦੀ ਸਥਿਤੀ ਵਿੱਚ ਹੋਵਾਂਗੇ। ਆਓ ਇਸ ਨੂੰ S ਕਹਿੰਦੇ ਹਾਂ। ਇਸ ਲਈ SP M ਮੈਨੂੰ ਟੈਂਜੈਂਟ ਦਿੰਦਾ ਹੈ ਬਿੰਦੂ P ਤੋਂ ਲੰਘਦੇ ਹੋਏ। QPR ਮੈਨੂੰ ਨੋਰਮਲ ਦਿੰਦਾ ਹੈ। ਸਰਕਲ ਤੇ ਕੋਈ ਹੋਰ ਬਿੰਦੂ ਵੀ ਇਸੇ ਤਰ੍ਹਾਂ ਕੰਮ ਕਰਦਾ ਹੈ। ਆਓ ਅਸੀਂ ਦੂਜੀ ਸਮੱਸਿਆ ਵੱਲ ਧਿਆਨ ਦੇਈਏ। ਇੱਕ ਬਾਹਰੀ ਬਿੰਦੂ P ਤੋਂ ਇੱਕ ਸਰਕਲ ਵੱਲ ਇੱਕ ਟੈਂਜੈਂਟ ਕਿਵੇਂ ਡਰਾ ਕਰਨਾ ਹੈ। ਤਾਂ ਇੱਥੇ ਜੋ ਦਿੱਤਾ ਗਿਆ ਹੈ ਉਹ ਇੱਕ ਕੇਂਦਰ O ਵਾਲਾ ਸਰਕਲ ਹੈ ਜੋ ਨਿਰਧਾਰਤ ਰੇਡੀਅਸ ਵਾਲੇ ਬਿੰਦੂ J ਅਤੇ K ਵਿੱਚੋਂ ਲੰਘਦਾ ਹੈ ਅਤੇ ਇੱਕ ਬਾਹਰੀ ਬਿੰਦੂ P ਹੈ। ਬਿੰਦੂ P ਇੱਕ ਤੋਂ ਜਾਂ ਤਾਂ J ਜਾਂ K ਵਿੱਚੋਂ ਲੰਘਣ ਵਾਲੀ ਇੱਕ ਟੈਂਜੈਂਟ ਡਰਾ ਕਰਨਾ ਪੈਂਦਾ ਹੈ। ਅਜਿਹਾ ਕਰਨ ਲਈ ਆਓ ਵਿਧੀ ਨੂੰ ਵੇਖੀਏ। ਸਭ ਤੋਂ ਪਹਿਲਾਂ ਜੋ ਅਸੀਂ ਕਰਨਾ ਹੈ ਸਰਕਲ O ਅਤੇ ਬਾਹਰੀ ਬਿੰਦੂ P ਦੇ ਕੇਂਦਰ ਨੂੰ ਜੋੜਨਾ ਹੈ ਤਾਂ ਜੋ ਸਰਕਲ ਦਿੱਤਾ ਜਾਵੇ ਅਤੇ ਅਸੀਂ O ਤੋਂ P ਤੱਕ ਵਧਾਉਣ ਜਾ ਰਹੇ ਹਾਂ। ਇੱਕ OP ਵੱਲ ਇੱਕ ਲੰਬਕਾਰੀ ਦੁਭਾਜਕ ਡਰਾ ਕਰੋ। OP ਲੰਬਾਈ ਰੇਖਾ ਅਸੀਂ ਜਾਣਦੇ ਹਾਂ। ਬਰਾਬਰ ਦੂਰੀਆਂ ਵਰਤਦੇ ਹਾਂ।
ਕੇਂਦਰ ਵਜੋਂ O ਕੇਂਦਰ ਵਜੋਂ P ਇੱਕ ਲੰਬਕਾਰੀ ਦੁਭਾਜਕ ਡਰਾਅ ਕਰੋ। ਅਤੇ ਇਹ ਲੰਬਕਾਰੀ ਦੁਭਾਜਕ ਬਿੰਦੂ OP ਲਾਈਨ ਨੂੰ M ਤੇ ਕੱਟਦਾ ਹੈ। ਕੇਰਾ M ਬਿੰਦੂ ਦੀ ਪਛਾਣ ਹੋ ਜਾਂਦੀ ਹੈ। M ਬਿੰਦੂ ਨੂੰ ਕੇਂਦਰ ਵਜੋਂ ਵਰਤੋ। ਅਤੇ ਘੇਰੇ O ਤੋਂ M ਉਸ ਲੰਬਾਈ ਨੂੰ ਚੁਣੋ। M ਕੇਂਦਰ ਵਜੋਂ। ਸਰਕਲ ਨੂੰ ਬਿੰਦੂ J ਤੇ ਕੱਟ ਕਰੋ। ਹੁਣ ਸਾਡੇ ਕੋਲ ਸਰਕਲ ਤੇ OJ ਬਿੰਦੂ ਹੈ, ਜੋ ਇੱਕ ਟੈਂਜੈਂਟ ਲਾਈਨ ਨੂੰ ਬਣਾਉਣ ਲਈ P ਬਿੰਦੂ ਅਤੇ J ਬਿੰਦੂ ਨੂੰ ਜੋੜਦਾ ਹੈ। ਇਸੇ ਤਰ੍ਹਾਂ ਕੋਈ PK ਨੂੰ ਇੱਕ ਹੋਰ ਟੈਂਜੈਂਟ ਵਜੋਂ ਵੀ ਬਣਾ ਸਕਦਾ ਹੈ। ਆਓ ਅਸੀਂ ਇੱਕ ਉਦਾਹਰਣ ਨਾਲ ਦੇਖੀਏ। ਆਓ ਅਸੀਂ ਸਰਕਲ ਦੇ ਰੇਡੀਅਸ ਨੂੰ 30 mm ਦੇ ਰੂਪ ਵਿੱਚ ਚੁਣੀਏ। ਬਿੰਦੂ P, ਜਿਸ ਲਈ ਅਸੀਂ ਟੈਂਜੈਂਟ ਬਣਾਵਾਂਗੇ, ਜੋ ਸਰਕਲ ਕੇਂਦਰ O ਤੋਂ ਲਗਭਗ 90 mm ਦੂਰ ਹੈ। ਇਸ ਲਈ ਪਹਿਲਾਂ ਆਓ ਇੱਕ ਸਕੇਲ ਲਈਏ। ਇੱਕ ਬਿੰਦੂ ਚੁਣੋ। ਆਓ ਉਸ ਬਿੰਦੂ ਨੂੰ O ਕਹੀਏ। P ਬਿੰਦੂ ਸੈਂਟਰ O ਤੋਂ 90 mm ਦੂਰ ਹੈ। ਤਾਂ 90 mm ਆਓ ਸਕੇਲ ਤੇ ਪਛਾਣ ਕਰੀਏ। ਇੱਥੇ ਕਿਤੇ ਆਓ ਬਿੰਦੂ P ਕਹੀਏ ਅਤੇ ਸਰਕਲ ਰੇਡੀਅਸ 30 mm ਹੈ। ਇਸ ਲਈ ਇਹ 30 mm। ਇਸ ਲਈ ਇੱਕ ਸਰਕਲ ਡਰਾਅ ਕਰੋ। ਹੁਣ ਸਾਨੂੰ ਨਹੀਂ ਪਤਾ ਕਿ ਜੇ ਬਿੰਦੂ ਬਣਾਉਣ ਲਈ ਜੇ ਬਿੰਦੂ ਬਿਲਕੁਲ ਕਿੱਥੇ ਹੋਵੇਗਾ। ਜੋ ਅਸੀਂ ਕਰਨ ਜਾ ਰਹੇ ਹਾਂ, O ਅਤੇ P ਬਿੰਦੂਆਂ ਨੂੰ ਜੋੜੋ। ਇੱਕ ਨਿਰਮਾਣ ਲਾਈਨ ਨਾਲ ਜੋੜਿਆ ਜਾਂਦਾ ਹੈ। OP ਦੀ ਪਛਾਣ ਕੀਤੀ ਜਾਂਦੀ ਹੈ। ਹੁਣ ਸਾਨੂੰ ਬਿੰਦੂ OP ਲਈ ਜੋ ਕਰਨਾ ਹੈ, ਸਾਨੂੰ ਇੱਕ ਲੰਬਕਾਰੀ ਦੁਭਾਜਕ ਬਣਾਉਣਾ ਹੈ। ਇਸ ਦੇ ਲਈ ਅਸੀਂ P ਨੂੰ ਕੇਂਦਰ ਵਜੋਂ ਲੈਂਦੇ ਹਾਂ। O ਅਤੇ P ਵਿਚਕਾਰ ਦੀ ਦੂਰੀ ਦੇ ਅੱਧੇ ਤੋਂ ਵੱਧ ਦੋਵੇਂ ਸਾਈਡ ਤੇ ਚਾਪ ਬਣਾਉਂਦੇ ਹਾਂ। ਇਹਨਾਂ ਬਿੰਦੂਆਂ ਦੀ ਪਛਾਣ ਕਰੋ ਤਾਂ ਦੋਨਾਂ ਨੂੰ ਜੋੜੋ। ਹੁਣ OP ਲਾਈਨ ਇੱਥੇ M ਬਿੰਦੂ ਤੇ ਕੱਟਦੀ ਹੈ। ਇਹੀ ਹੈ। ਜਦੋਂ ਅਸੀਂ M ਬਿੰਦੂ ਦੀ ਪਛਾਣ ਕਰਦੇ ਹਾਂ ਤਾਂ ਸਾਨੂੰ ਜੋ ਕਰਨਾ ਹੈ, M ਨੂੰ ਕੇਂਦਰ ਅਤੇ ਰੇਡੀਅਸ MO ਨੂੰ J ਬਿੰਦੂ ਨੂੰ ਲੱਭਣ ਲਈ ਵਰਤਣਾ। ਸੋ ਉਸ ਲਈ ਅਸੀਂ M ਬਿੰਦੂ ਲੈਂਦੇ ਹਾਂ। O M ਨੂੰ ਰੇਡੀਅਸ ਦੇ ਤੌਰ ਤੇ ਦੋਵੇਂ ਸਾਈਡਾਂ ਤੇ ਬਿੰਦੂ ਪਛਾਣ ਕਰਦੇ ਹਨ। ਆਓ ਅਸੀਂ ਇਸ ਬਿੰਦੂ ਨੂੰ J, ਇਸ ਬਿੰਦੂ ਨੂੰ K ਮੰਨੀਏ। ਹੁਣ ਬਿੰਦੂ J ਅਤੇ P ਨੂੰ ਜੋੜੋ।
ਇਸ ਲਈ ਇਹ ਬਿੰਦੂ ਉਸ ਸਰਕਲ ਰਾਹੀਂ ਟੈਂਜੈਂਟ ਹੈ। ਬਿੰਦੂ J ਅਤੇ P ਵਿੱਚੋਂ ਲੰਘਣਾ। ਇਸੇ ਤਰ੍ਹਾਂ K ਅਤੇ P ਨੂੰ ਜੋੜੋ। ਇਸ ਨੂੰ ਇੱਕ ਲਾਈਨ ਨਾਲ ਜੋੜੋ। ਇਸ ਤਰ੍ਹਾਂ ਟੈਂਜੈਂਟ 1 ਅਤੇ ਇਹ ਟੈਂਜੈਂਟ 2 ਹੈ। ਇਸ ਤਰ੍ਹਾਂ ਅਸੀਂ ਸਰਕਲਾਂ ਵਿੱਚ ਟੈਂਜੈਂਟ ਬਣਾਉਂਦੇ ਹਾਂ। ਆਓ ਅਸੀਂ ਇੱਕ ਨਿਯਮਿਤ ਬਹੁਭੁਜ ਬਣਾਉਂਦੇ ਹਾਂ। ਉਦਾਹਰਨ ਲਈ ਅਸੀਂ ਦਿੱਤੀ ਗਈ AC ਸਾਈਡ ਤੋਂ ਬਣਾਏ ਗਏ ਅਸ਼ਟਭੁਜ ਬਹੁਭੁਜ ਬਣਾਉਣਾ ਚਾਹਾਂਗੇ। ਇਸ ਲਈ AC ਸਾਈਡ ਸਾਡੇ ਲਈ ਦਿੱਤੀ ਗਈ ਹੈ ਅਤੇ ਉਹੀ AC ਲੰਬਾਈ ਅਸੀਂ ਇਸ ਕੋਲ ਦੂਜੀ ਸਾਈਡ ਚਾਹੁੰਦੇ ਹਾਂ। ਇਸ ਨੂੰ ਬਣਾਉਣ ਲਈ ਆਓ ਅਸੀਂ ਵਿਧੀ ਨੂੰ ਵੇਖੀਏ। ਸੋ ਜੋ ਦਿੱਤਾ ਗਿਆ ਹੈ ਉਹ AC ਲੰਬਾਈ ਹੈ। ਸਾਈਡ ਲੰਬਾਈ ਵਜੋਂ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਸਾਨੂੰ A ਵਿੱਚੋਂ ਲੰਘਦਾ AC ਰੇਡੀਅਸ ਨਾਲ ਅਤੇ ਕੇਂਦਰ C ਵਜੋਂ ਇੱਕ ਅਰਧ ਚੱਕਰ ਬਣਾਉਣਾ ਹੈ। ਸੋ ਆਓ ਇੱਕ ਉਦਾਹਰਨ ਚੁਣੀਏ। ਬਹੁਭੁਜ ਲਈ AC ਸਾਈਡ ਲੰਬਾਈ ਜੋ ਅਸੀਂ ਬਣਾਉਣ ਜਾ ਰਹੇ ਹਾਂ ਉਹ ਅਸ਼ਟਭੁਜ ਹੈ। ਇਸ ਲਈ ਇਸ ਦੀਆਂ 8 ਭੁਜਾਵਾਂ ਹੋਣੀਆਂ ਚਾਹੀਦੀਆਂ ਹਨ। AC ਦੀ ਸਾਈਡ ਲੰਬਾਈ ਇੱਕ ਵੀ ਹੈ ਮੈਮ ਸਾਈਡ ਹੈ ਜੋ ਅਸੀਂ ਬਣਾਉਣਾ ਚਾਹੁੰਦੇ ਹਾਂ। ਅੱਗੇ ਪਹਿਲਾ ਬਿੰਦੂ ਇੱਕ ਵੀ ਹੈ ਮੈਮ ਸਾਈਡ ਡਰਾ ਕਰਨਾ ਹੈ। ਇਸ ਲਈ ਅਸੀਂ ਬੁਨਿਆਦੀ ਰੇਖਾ AC ਤੋਂ ਬਣਾਉਣ ਜਾ ਰਹੇ ਹਾਂ। ਇਸ ਲਈ ਸਾਡਾ ਅਸ਼ਟਭੁਜ ਉੱਪਰ ਵੱਲ ਜਾਂਦਾ ਹੈ। ਇਸ ਲਈ P ਪਹਿਲਾਂ ਇੱਥੇ ਬਿੰਦੂ A ਅਤੇ ਇਹ ਸਾਈਡ ਲੰਬਾਈ ਵੀ ਹੈ ਮੈਮ ਦੀ ਪਛਾਣ ਕਰੋ। ਅਤੇ ਇਸ ਨੂੰ C ਨਾਮ ਦਿਓ। ਕੇਰਾਂ A C ਸੈਂਟਰ ਵਜੋਂ ਅਤੇ AC ਰੇਡੀਅਸ ਵਜੋਂ ਹੋ ਜਾਂਦਾ ਹੈ ਤਾਂ ਸਾਨੂੰ ਇੱਕ ਅਰਧ ਚੱਕਰ ਡਰਾ ਕਰਨਾ ਪਵੇਗਾ। ਇਸ ਲਈ ਇੱਕ ਬਿੰਦੂ B ਬਣਾਉਣ ਜਾ ਰਿਹਾ ਹਾਂ। ਆਓ ਇਸ ਨੂੰ ਨਿਰਮਾਣ ਲਾਈਨਾਂ ਦੁਆਰਾ ਵਧਾਈਏ। ਆਮ ਤੌਰ ਤੇ ਅਸੀਂ ਬਹੁਤ ਪਤਲੀਆਂ ਡੈਸ਼ਡ ਲਾਈਨਾਂ ਨਾਲ ਜਾਂਦੇ ਹਾਂ। ਇਸ ਲਈ ਅਰਧ ਚੱਕਰ ਬਣਾਇਆ ਗਿਆ ਹੈ। ਹੁਣ ਸਾਨੂੰ ਅਰਧ ਚੱਕਰ ਤੇ ਬਾਕੀ ਬਚੇ ਬਿੰਦੂਆਂ ਜਿਵੇਂ ਕਿ 1 2 3 ਅਤੇ ਇਸੇ ਤਰ੍ਹਾਂ ਦੇ 7 ਬਿੰਦੂਆਂ ਨੂੰ ਲੱਭਣਾ ਹੋਵੇਗਾ ਕਿਉਂਕਿ ਅਸੀਂ 8 ਬਰਾਬਰ ਸਾਈਡ ਦਾ ਇੱਕ ਅਸ਼ਟਭੁਜ ਬਣਾਉਣਾ ਚਾਹੁੰਦੇ ਹਾਂ। ਇਸ ਲਈ ਅਸੀਂ ਇਹਨਾਂ ਅਰਧ ਚੱਕਰਾਂ ਨੂੰ 8 ਬਰਾਬਰ ਹਿੱਸਿਆਂ ਵਿੱਚ ਵੰਡਣ ਜਾ ਰਹੇ ਹਾਂ। ਅਸੀਂ ਆਪਣੇ ਪ੍ਰੋਟਰੈਕਟਰ ਦੀ ਵਰਤੋਂ ਕਰ ਸਕਦੇ ਹਾਂ। ਇਸ 180 ਡਿਗਰੀ ਨੂੰ 8 ਹਿੱਸਿਆਂ ਵਿੱਚ ਵੰਡੋ। ਇਸ ਲਈ ਪਰਿਣਾਮੀ ਐਂਗਲ ਅਸੀਂ ਸੱਚਮੁੱਚ ਇਸ ਨੂੰ ਲੱਭ ਸਕਦੇ ਹਾਂ। ਨਹੀਂ ਤਾਂ ਅਸੀਂ ਦੇਖਿਆ ਹੈ ਕਿ ਇਸ ਐਂਗਲ 180 ਡਿਗਰੀ ਨੂੰ ਕਿਵੇਂ ਦੁਭਾਜਕ ਸਮਦੁਭਾਜਕ ਨਾਲ ਵੰਡਣਾ ਹੈ ਅਤੇ ਇਸ ਲਈ ਅਸੀਂ ਅੱਗੇ ਜਾ ਵੀ ਸਕਦੇ ਹਾਂ। ਤਾਂ ਹੁਣ ਤੱਕ ਅਸੀਂ ਅੱਗੇ ਜਾਵਾਂਗੇ। ਪਹਿਲਾਂ ਇਸ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਾਂਗੇ। ਤਾਂ ਪਹਿਲਾ ਭਾਗ 90 ਵਾਰ ਭਾਵ ਅਸੀਂ ਇਸ ਨੂੰ 4 ਜ਼ੋਨਾਂ ਵਿੱਚ ਬਣਾਉਣ ਦੀ ਸਥਿਤੀ ਵਿੱਚ ਹੋਵਾਂਗੇ। ਇਸ ਲਈ ਉਸ ਚੌਥੇ ਬਿੰਦੂ ਦਾ ਪਤਾ ਲਗਾਓ।
ਸਾਨੂੰ ਇਸ ਨੂੰ 3 ਬਰਾਬਰ ਭਾਗਾਂ ਵਿੱਚ ਵੰਡਣਾ ਹੋਵੇਗਾ। ਇਸ ਲਈ ਪਹਿਲਾ ਭਾਗ ਅਜਿਹਾ ਹੈ ਜਿਵੇਂ 1, 2, 3 ਅਤੇ 4 ਭਾਗਾਂ ਨੂੰ ਬਣਾਉਣ ਲਈ ਅਸੀਂ 1, 2, 3 ਬਿੰਦੂਆਂ ਨੂੰ ਬਣਾਉਣ ਲਈ ਅਸੀਂ ਬਣਾਉਣ ਜਾ ਰਹੇ ਹਾਂ। ਇਸ ਲਈ ਬਣਾਉਣ ਲਈ 1, 2, 3 ਬਿੰਦੂ ਹੈ। ਅਸੀਂ ਜੋ ਕਰਨ ਜਾ ਰਹੇ ਹਾਂ ਉਹ ਦੁਬਾਰਾ। ਅਸੀਂ ਇਸ 90 ਨੂੰ 4 ਭਾਗਾਂ ਵਿੱਚ ਵੰਡਾਂਗੇ। ਇਹ 90 ਹੈ। ਇਸ ਲਈ ਬਿੰਦੂ 2 ਪਤਾ ਕਰਨ ਲਈ 45 ਡਿਗਰੀ। ਇਸੇ ਤਰ੍ਹਾਂ ਇਸ ਐਂਗਲ ਨੂੰ ਵੰਡੋ ਜੋ ਅਸੀਂ ਦੇਖਿਆ ਹੈ। ਜੇ ਅਸੀਂ ਅੱਧੇ ਕੋਣ ਵਿੱਚ ਅਨੁਮਾਨ ਲਗਾਉਣ ਦੀ ਬਜਾਏ ਜੇ ਅਸੀਂ ਇਸ ਬਾਰੇ ਬਹੁਤ ਸਾਵਧਾਨ ਨਹੀਂ ਕਿ ਅਸੀਂ ਜਾਣਦੇ ਹਾਂ ਕਿ ਇਸ ਨੂੰ 2 ਹਿੱਸਿਆਂ ਵਿੱਚ ਕਿਵੇਂ ਵੰਡਣਾ ਹੈ। ਇਸ ਲਈ ਇੱਕ ਰੇਡੀਅਸ ਦਾ ਅੱਧ ਚੁਣੋ ਜੋ ਇੱਕ ਚਾਪ ਬਣਾਉਂਦਾ ਹੋਵੇ। ਇਸੇ ਤਰ੍ਹਾਂ ਨਿਰਮਾਣ ਜੋ ਇੱਥੇ ਸਿਰਫ ਕੱਟਣ ਜਾ ਰਿਹਾ ਹੈ ਅਤੇ ਇਹਨਾਂ ਬਿੰਦੂਆਂ ਨੂੰ ਜੋੜਦਾ ਹੈ। ਇਸ ਲਈ ਅਸੀਂ ਬਿੰਦੂ 3 ਦੀ ਵੀ ਪਛਾਣ ਦੀ ਸਥਿਤੀ ਵਿੱਚ ਹੋਵਾਂਗੇ। ਕਈ ਵਾਰ ਸਾਡੇ ਪ੍ਰੋਟਰੈਕਟਰ ਦੀ ਘੱਟ ਗਿਣਤੀ ਨਹੀਂ ਹੋ ਸਕਦੀ ਜਿਵੇਂ ਕਿ 22.5, 20 ਅਤੇ ਹੋਰ ਚੀਜ਼ਾਂ। ਸੋ ਸਾਡੇ ਲਈ ਉਸ ਐਂਗਲ ਨੂੰ ਦੁਭਾਜਿਤ ਕਰਨਾ ਹਮੇਸ਼ਾ ਆਸਾਨ ਹੁੰਦਾ ਹੈ। ਸੋ 2 ਲਈ ਵੀ ਅਸੀਂ ਸਮਾਨ ਪ੍ਰੋਟੋਕੋਲ ਦੀ ਵਰਤੋਂ ਕਰਦੇ ਹਾਂ। ਇੱਕ ਚਾਪ ਬਣਾਉਂਦੇ ਇਸ ਨੂੰ ਵੰਡਦੇ ਹਾਂ। ਕਿਵੇਂ ਵੀ ਇਹ ਸੈਂਟਰ ਵਿੱਚੋਂ ਲੰਘਦਾ ਹੈ। ਉਸ ਲਾਈਨਾਂ ਨੂੰ ਫੈਲਾਉਂਦਾ ਹੈ ਤਾਂ ਕਿ ਸਾਡੇ ਕੋਲ ਬਿੰਦੂ 1 ਵੀ ਹੋਵੇ। ਇਸੇ ਤਰ੍ਹਾਂ ਜੇ ਅਸੀਂ ਦੂਸਰੀ ਸਾਈਡ 45 ਡਿਗਰੀ ਬਣਾਉਣਾ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਜੋੜ ਕੇ ਇਸ ਨੂੰ ਭਾਗ 6 ਬਣਾਓ ਅਤੇ ਇਸ ਨੂੰ 2 ਬਰਾਬਰ ਹਿੱਸਿਆਂ ਵਿੱਚ ਵੰਡਦੇ ਹਾਂ। ਇਸੇ ਤਰ੍ਹਾਂ ਬਰਾਬਰ ਹਿੱਸੇ ਬਣਾਓ ਇਹਨਾਂ ਲਾਈਨਾਂ ਨੂੰ ਬਿੰਦੂਆਂ 5, 6, 7 ਅਤੇ ਬਿੰਦੂ B ਦਾ ਪਤਾ ਲਗਾਉਣ ਲਈ ਵਧਾਓ। ਇੱਕ ਵਾਰੀ ਜਦੋਂ ਅਸੀਂ ਇਸ ਨੂੰ ਬਰਾਬਰ ਹਿੱਸਿਆਂ ਵਿੱਚ ਵੰਡਦੇ ਹਾਂ C ਅਤੇ 6ਵੇਂ ਬਿੰਦੂ ਨੂੰ ਜੋੜੋ। ਇਹ ਉਹ ਬਿੰਦੂ ਹੈ ਜੋ ਸਾਨੂੰ ਜੋੜਨਾ ਹੈ। AC ਤੇ ਲੰਬਕਾਰੀ ਦੁਭਾਜਕ ਡਰਾ ਕਰੋ। ਇਸ ਲਈ AC ਲਈ ਸਾਨੂੰ ਲੰਬਕਾਰੀ ਦੁਭਾਜਕ ਅਤੇ C6 ਲੰਬਕਾਰੀ ਦੁਭਾਜਕ ਵੀ ਲੱਭਣਾ ਪਵੇਗਾ ਤਾਂ ਕਿ ਅਸੀਂ ਬਾਹਰੀ ਕਿਸਮ ਦੇ ਸਰਕਲ ਨੂੰ ਜੋੜਨ ਦੀ ਸਥਿਤੀ ਵਿੱਚ ਹੋਈਏ ਅਤੇ ਉੱਥੋਂ ਸਾਡੇ ਲਈ ਅਸ਼ਟਭੁਜ ਦੀ ਗਣਨਾ ਕਰਨਾ ਕਾਫੀ ਆਸਾਨ ਹੈ। AC ਲਈ ਲੰਬਕਾਰੀ ਦੁਭਾਜਕਾਂ ਨੂੰ ਬਣਾਉਣ ਲਈ ਜੋ ਅਸੀਂ ਕਰਨ ਜਾ ਰਹੇ ਹਾਂ, ਦੋਨਾਂ ਪਾਸਿਆਂ ਨੂੰ ਕੱਟ ਕਰਨਾ ਹੈ। ਉਸ ਸਰਕਲ ਦੇ ਕੇਂਦਰ ਦਾ ਪਤਾ ਲਗਾਉਣ ਲਈ ਇਹਨਾਂ ਬਿੰਦੂਆਂ ਨੂੰ ਜੋੜੋ। ਇਸੇ ਤਰ੍ਹਾਂ C6ਵਾਂ ਇਸ ਨੂੰ ਵਰਤਦਾ ਹੈ।
ਇਸ ਲਈ ਇਹ ਉਹ ਬਿੰਦੂ ਹੈ ਜਿਸ ਰਾਹੀਂ ਸਾਨੂੰ ਲੰਬਕਾਰੀ ਦੁਭਾਜਕ ਬਣਾਉਣਾ ਹੈ। B ਅਤੇ C ਦੀ ਵਰਤੋਂ ਕਰੋ। ਉਹਨਾਂ ਨੂੰ ਜੋੜੋ। ਇਸ ਲਈ ਲੰਬਵਤ ਦੁਭਾਜਕਾਂ ਵਿੱਚੋਂ ਇੱਕ ਇਹ ਹੈ, ਇੱਕ ਹੋਰ ਇਹ ਹੈ। ਇਸ ਲਈ ਇਹ ਦੋਵੇਂ ਇੱਥੇ ਕੱਟ ਕਰ ਰਹੇ ਹਨ। ਇਸ ਲਈ ਇਸ ਨੂੰ ਇੱਕ ਕੇਂਦਰ ਦੇ ਰੂਪ ਵਿੱਚ ਲੱਭੋ। ਕੇਂਦਰ ਨੂੰ O ਦਾ ਨਾਮ ਦਿਓ। ਹੁਣ ਜਦੋਂ ਅਸੀਂ ਇੱਕ ਅਸ਼ਟਭੁਜ ਬਣਾਉਣ ਜਾ ਰਹੇ ਹਾਂ, ਤਾਂ ਹਮੇਸ਼ਾ B AC ਅਤੇ 6 ਬਿੰਦੂਆਂ ਦੀ ਘੇਰਾਬੰਦੀ ਹੁੰਦੀ ਹੈ। ਇਹ ਬਾਹਰੀ ਘੇਰਾਬੰਦੀ ਕਰਨ ਵਾਲਾ ਸਰਕਲ ਹੈ। ਇਸ ਲਈ ਜੇਕਰ ਮੈਂ C ਤੋਂ ਬਿੰਦੂਆਂ ਨੂੰ ਹਰ ਤਰ੍ਹਾਂ ਵਧਾਉਣ ਜਾ ਰਿਹਾ ਹਾਂ, ਜਿੱਥੇ ਇਹ ਉਸ ਬਿੰਦੂ ਨੂੰ ਕੱਟ ਰਿਹਾ ਹੈ, ਤਾਂ ਅਸੀਂ H ਕਹਾਂਗੇ। A ਅਤੇ H ਨੂੰ ਜੋੜੋ। ਇਸੇ ਤਰ੍ਹਾਂ C ਬਿੰਦੂ ਤੋਂ ਇਹ ਲਾਈਨ ਨੂੰ ਵਧਾਓ ਜਿੱਥੇ ਇਹ ਇੱਕ ਕੱਟਣ ਰਹੀ ਹੈ। ਉਸ ਨੂੰ G ਕਹੋ। H ਅਤੇ G ਨੂੰ ਜੋੜੋ। CO ਵਾਧੇ ਤੋਂ ਉੱਥੇ ਇੰਟਰਸੈਕਟ ਕਰਨ ਜਾ ਰਿਹਾ ਹੈ। ਉਸ ਕਾਲ ਪੁਆਇੰਟ F ਨੂੰ ਜੋੜੋ। ਹੁਣ C ਤੋਂ ਇੱਕ ਲਾਈਨ ਵਧਾਈ ਜਾਂਦੀ ਹੈ। ਇਹ ਜਾਂਦੀ ਹੈ। ਇਸ ਨੂੰ E ਕਹੋ। F ਅਤੇ E ਨੂੰ ਜੋੜੋ। ਇਸੇ ਤਰ੍ਹਾਂ C ਤੋਂ D ਬਿੰਦੂ ਤੇ ਕੱਟਣ ਜਾ ਰਿਹਾ ਹੈ। D ਅਤੇ E ਨੂੰ ਜੋੜੋ। 6 ਅਤੇ D ਨੂੰ ਜੋੜੋ। ਇਸੇ ਤਰ੍ਹਾਂ ਅਸੀਂ ਇੱਕ ਅਸ਼ਟਭੁਜ ਬਣਾਉਂਦੇ ਹਾਂ। ਇਸ ਲਈ ਲੈਕਚਰ 9 ਵਿੱਚ ਖਾਸਕਰ ਅਸੀਂ ਕਵਰ ਕੀਤਾ ਇੱਕ ਸਰਕਲ ਤੇ ਨੋਰਮਲ ਅਤੇ ਟੈਂਜੈਂਟ ਨੂੰ ਕਿਵੇਂ ਡਰਾ ਕਰਨਾ ਹੈ, ਬਾਹਰੀ ਬਿੰਦੂ ਤੋਂ ਸਰਕਲ ਵੱਲ ਟੈਂਜੈਂਟ ਕਿਵੇਂ ਡਰਾ ਕਰਨਾ ਹੈ, ਅਤੇ ਇੱਕ ਨਿਯਮਿਤ ਬਹੁਭੁਜ ਕਿਵੇਂ ਬਣਾਉਣਾ ਹੈ। ਉਦਾਹਰਨ ਲਈ, ਦਿੱਤੀ ਹੋਈ ਸਾਈਡ ਦੇ ਅਸ਼ਟਭੁਜ ਵਾਂਗ ਇੱਕ ਸਰਕਲ ਵਿੱਚ ਲਿਖਿਆ ਘੇਰਾ। ਲੈਕਚਰ 10 ਵਿੱਚ ਅਸੀਂ ਹੋਰ ਉਦਾਹਰਨਾਂ ਦਾ ਅਭਿਆਸ ਕਰਾਂਗੇ। ਧੰਨਵਾਦ।